ਅੱਜ ਫਿਰ ਤੁਹਾਡੇ ਵਰਗਾ ਕੁਝ ਅਨੁਭਵ ਵਾਲੀ ਗੱਲਾਂ ਕਰਦੇ ਲੈ ਕੇ ਆਉਂਦੇ ਹਾਂ ਅਤੇ ਸੁਣਦੇ ਹਾਂ ਭਾਈ ਜੀ ਦਾ ਕੁਝ ਐਸਾ ਅਨੁਭਵ ਜਿਹੜੇ ਸਾਡੇ ਜੀਵਨ ਨੂੰ ਵੀ ਸਫਲ ਬਣਾਏ, ਜੀਵਨ ਨੂੰ ਵੀ ਅੱਗੇ ਲੈ ਕੇ ਜਾਏ। ਆਈਏ ਸਵਾਗਤ ਕਰਦੇ ਹਾਂ ਨਿਰਭੈ ਭਾਈ ਸਾਹਿਬ ਦਾ। ਭਾਜੀ ਤੁਹਾਡਾ ਕਰਤਾ ਪੁਰਖ 'ਚ ਬਹੁਤ ਬਹੁਤ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਭਾਜੀ ਤੁਸੀਂ ਦਾਦੀ ਪ੍ਰਕਾਸ਼ ਮਣੀ ਦੇ ਬਾਰੇ 'ਚ ਬੋਲਿਆ ਥਾ ਅਤੇ ਉਹਨਾਂ ਦੇ ਜੀਵਨ ਦੀ ਕਹਾਣੀ ਤੁਸੀਂ ਸੁਣਾਈ। ਮੈਂ ਹੁਣ ਇਹ ਪੁੱਛਣਾ ਚਾਹੁੰਦੀ ਕਿ ਤੁਸੀਂ ਜਦ ਦਾਦੀ ਨਾਲ ਸੇਵਾएं ਕੀਤੀ ਥੀ, ਉਸ ਸਮੇਂ ਦਾ ਮਤਲਬ ਦਾਦੀ ਨਾਲ ਰਹਿਣੇ ਦਾ ਅਤੇ ਨਾਲ ਸੇਵਾ ਕਰਨੇ ਦਾ ਉਹ ਕੀ ਅਨੁਭਵ ਤੁਹਾਨੂੰ ਪ੍ਰਾਪਤ, ਮਤਲਬ ਕਿਆ ਦਾਦੀ ਨਾਲ ਸਿੱਖਣੇ ਨੂੰ ਮਿਲਿਆ ਤੁਹਾਨੂੰ? ਕਿਸੇ ਵੀ ਆਰਗੇਨਾਈਜੇਸ਼ਨ 'ਚ ਦੇਖਣਗੇ ਹੋ ਤੁਸੀਂ, ਭਾਵੇਂ ਉਹ ਰਿਲੀਜੀਅਸ ਆਰਗੇਨਾਈਜੇਸ਼ਨ ਹੈ, ਭਾਵੇਂ ਪੋਲੀਟੀਕਲ ਹੈ, ਭਾਵੇਂ ਸਮਾਜਿਕ ਹੈ, ਕੋਈ ਵੀ ਹੈ ਜੀ, ਉਹਦੇ 'ਚ ਜੋ ਉਹਨਾਂ ਦੇ ਹਰਤਾ ਕਰਤਾ ਜੀ, ਹੁੰਦੇ, ਉਹਨਾਂ ਨੂੰ ਲੀਡਰਸ ਕਹਿੰਦੇ, ਲੀਡਰਸ। ਅਤੇ ਲੀਡਰਸ਼ਿਪ ਕੁਆਲਿਟੀਜ਼ ਜਿਹੜੀਆਂ ਹੀ ਉਹ ਲੀਡਰਸ 'ਚ ਨਾ ਹੋਣ ਤੇ ਉਹ ਲੀਡਰ ਨਹੀਂ ਬਣਦੇ। ਜੀ, ਔਰ ਲੀਡਰਸ਼ਿਪ ਕੁਆਲਿਟੀ 'ਚ ਇਹੀ ਹੁੰਦਾ ਹੀ ਕਿ ਜੋ ਜਿਸ ਪਰਪਸ ਵਾਸਤੇ ਕੋਈ ਆਰਗੇਨਾਈਜੇਸ਼ਨ ਤੁਸੀਂ ਬਣਾਈ ਹੈ ਜਾਂ ਤੁਸੀਂ ਆਪਣਾ ਕੋਈ ਲਕਸ਼ ਰੱਖਿਆ ਹੀ, ਤੇ ਉਸ ਲਕਸ਼ ਨੂੰ ਲੈ ਕਰਕੇ ਚੱਲਣਾ ਅੱਗੇ। ਤੇ ਦਾਦੀ ਪ੍ਰਕਾਸ਼ ਮਣੀ ਜਾਂ ਦੀਦੀ ਮਨਮੋਹਿਨੀ ਜਾਂ ਦੂਸਰੇ ਗੁਲਜ਼ਾਰ ਦਾਦੀ ਜਾਂ ਰਤਨਮਣੀ ਦਾਦੀ ਜਾਂ ਔਰ ਵੀ ਦਾਦੀਆਂ, ਪਰ ਉਹਨਾਂ ਤੋਂ ਵੀ ਪਹਿਲੇ ਬ੍ਰਹਮਾ ਬਾਬਾ ਔਰ ਮਾਤੇਸ਼ਵਰੀ ਸਰਸਵਤੀ, ਔਰ ਉਹਨਾਂ ਦੇ ਨਾਲ ਜਿਹੜੇ ਹੋਰ ਵੀ ਭਾਈ ਭੈਣ ਹੈਗੇ ਸੀ, ਸਭ ਦਾ ਲਕਸ਼ ਕੀ ਸੀ? ਲਕਸ਼ ਇੱਕ ਹੀ ਸੀ ਕਿ ਸਾਨੂੰ ਜਿਸ ਤਰ੍ਹਾਂ ਅਨਮੋਲ ਹੀਰੇ ਜਵਾਹਰਾਤ ਗਿਆਨ ਦੇ ਮਿਲ ਗਏ ਨੇ, ਜੀ, ਜਿਹਦੇ ਨਾਲ ਸਾਡਾ ਜੀਵਨ ਜਿਹੜਾ ਉਹ ਇਤਨਾ ਸੁਸੱਜਿਤ ਬਣ ਜਾਂਦਾ ਈ, ਸ੍ਰੇਸ਼ਟ ਬਣ ਜਾਂਦਾ ਈ। ਉਹਦੇ 'ਚ ਵੀ ਖਾਸ ਕਰ ਵਾਹਿਗੁਰੂ ਦੇ ਬਾਰੇ 'ਚ ਪੂਰੀ ਜਾਣਕਾਰੀ, ਪਰਮਾਤਮਾ ਦਾ ਯਥਾਰਥ ਪਰਿਚੈ, ਔਰ ਫਿਰ ਉਸ ਦੇ ਨਾਲ ਗਿਆਨ ਦੇ ਨਾਲ ਪਰਮਾਤਮਾ ਪਿਤਾ ਨੂੰ ਯਾਦ ਕਿਸ ਤਰ੍ਹਾਂ ਕਰਨਾ। ਜੋ ਲੋਕ ਯੋਗ ਸ਼ਬਦ ਯੂਜ਼ ਕਰਦੇ ਹੈ, ਉਸ ਨੂੰ ਬੜਾ ਸਰਲ ਕਰਕੇ ਕਿ ਯੋਗ ਕਹਿ ਕਰਕੇ ਵਿਅਕਤੀ ਸੋਚਦਾ ਸ਼ਾਇਦ ਹਠ ਯੋਗ ਕਰਨਾ ਹੀ, ਸ਼ੀਸ਼ਾਸਨ ਕਰਨਾ ਹੀ, ਹੋਰ ਕੁਝ ਕਰਨਾ ਨਹੀਂ। ਬਾਬਾ ਨੇ ਜਿਸ ਤਰ੍ਹਾਂ ਇਸ ਚੀਜ਼ ਦੇ ਉੱਪਰ ਸਮਝਾਇਆ ਕਿ ਯਾਦ, ਜਿੰਨਾ ਤੁਸੀਂ ਪਰਮਾਤਮਾ ਦੇ ਨਾਲ ਮਨ ਲਗਾਉਣਗੇ ਹੋ, ਯਾਦ ਕਰਨਗੇ ਹੋ, ਅਤੇ ਓਨਾ ਤੁਹਾਨੂੰ ਉਹਨਾਂ ਦਾ ਸੰਗ ਮਿਲੇਗਾ, ਔਰ ਜਿੰਨਾ ਪਰਮਾਤਮਾ ਦਾ ਸੰਗ ਮਿਲੇਗਾ ਉਤਨਾ ਰੰਗ ਚੜ੍ਹੇਗਾ। ਅਤੇ ਇਸ ਚੀਜ਼ ਨੂੰ ਲੈ ਕਰਕੇ ਫਿਰ ਪ੍ਰਕਾਸ਼ ਮਣੀ ਦਾਦੀ ਜੀ ਔਰ ਹੋਰ ਭਾਈ ਭੈਣ ਮਿਲ ਕਰਕੇ, ਜਗਦੀਸ਼ ਭਾਈ, ਰਮੇਸ਼ ਭਾਈ, ਬ੍ਰਿਜਮੋਹਨ ਭਾਈ, ਹੋਰ ਵੀ ਆਪਣੀ ਭੈਣਾਂ, ਸਭ ਨੇ ਮਿਲ ਕਰਕੇ ਕਈ ਗੱਲਾਂ ਇਹਦੇ 'ਚ ਸੋਚੀਆਂ। ਪਰ ਮੈਨੂੰ ਸਾਕਾਰ ਬਾਬਾ ਦੇ ਅਵਿਅਕਤ ਹੋਣ ਤੋਂ ਬਾਅਦ ਜਿਹੜੀ ਬੜੀ ਦਾਦੀਆਂ ਦੀ ਉਹ ਕਮੇਟੀ ਹੈਗੀ ਸੀ, 8 ਦਾਦੀਆਂ ਦੀ, ਉਹਨਾਂ ਨੇ ਬੜੇ ਪਿਆਰ ਨਾਲ ਬੰਬੇ ਤੋਂ ਆਬੂ ਆ ਕਰਕੇ
ਰਹਿਣ ਵਾਸਤੇ ਔਰ ਆਫਿਸ ਦਾ ਕੰਮ ਦੇਖਣ ਵਾਸਤੇ ਜੀ ਜ਼ਿੰਮੇਦਾਰੀ ਦਿੱਤੀ। ਹਾਲਾਂਕਿ ਮੈਂ ਆਪਣੇ ਆਪ ਨੂੰ ਬੜਾ ਛੋਟਾ ਸਮਝਦਾ ਸੀ। ਮੇਰੇ ਕੋਲੋਂ ਵੱਡੇ ਭਰਾ ਜਗਦੀਸ਼ ਭਾਈ ਹੈਗੇ ਸੀ ਔਰ ਲੇਕਿਨ ਜਗਦੀਸ਼ ਭਾਈ ਕਿਉਂਕਿ ਕਿਤਾਬਾਂ ਵਗੈਰਾ ਲਿਖਦੇ ਸੀ, ਪ੍ਰਿੰਟਿੰਗ ਦਾ ਕੰਮ ਦਿੱਲੀ 'ਚ ਜ਼ਿਆਦਾ ਹੁੰਦਾ ਸੀ ਜੀ ਜੀ ਤੇ ਇਸ ਕਰਕੇ ਫਿਰ ਔਰ ਮੈਂ ਬੰਬੇ ਦੀ ਸੇਵਾ 'ਚ ਇਤਨਾ ਮਸਤ ਹੁੰਦਾ ਸੀ, ਮੇਰਾ ਮਨ ਨਹੀਂ ਸੀ ਹੁੰਦਾ ਇਹ ਬੰਬੇ ਛੱਡ ਕੇ ਆਉਣ ਦਾ। ਬਾਬਾ ਨੇ ਸਾਕਾਰ ਬਾਬਾ ਨੇ ਮੈਨੂੰ ਕਿਹਾ ਸੀ ਕਿ ਪੜ੍ਹੇ ਲਿਖੇ ਬੱਚੇ ਜਿਹੜੇ ਉਹਨਾਂ ਦੀ ਸੇਵਾ ਜਿਹੜੀ ਆ ਉਹ ਵੱਡੇ ਸ਼ਹਿਰਾਂ 'ਚ ਹੈ ਅਤੇ ਤੁਸੀਂ ਬੰਬੇ 'ਚ ਹੀ ਰਹਿ ਕੇ ਸੇਵਾ ਕਰੋ। ਜੀ ਤਾਂ ਮੈਂ ਕਦੀ ਸੋਚਦਾ ਨਹੀਂ ਸੀ ਕਿ ਮੈਂ ਆਬੂ ਆ ਕਰਕੇ ਰਹਾਂਗਾ। ਅਤੇ ਜਦੋਂ ਸਭ ਦਾਦੀਆਂ ਨੇ ਇਹ ਇੱਕ ਨਿਰਣੇ ਲਿਆ, ਫਿਰ ਮੈਂ ਅਵਿਅਕਤ ਬਾਪ ਦਾਦਾ ਦੇ ਨਾਲ ਗੱਲ ਕੀਤੀ, ਗੁਲਜ਼ਾਰ ਦਾਦੀ ਦੇ ਜ਼ਰੀਏ। ਤੇ ਬਾਬਾ ਵੀ ਬਹੁਤ ਪਿਆਰ ਨਾਲ ਕਹਿਣ ਲੱਗੇ, ਦੇਖੋ ਸਾਰੇ ਬੜੀ ਦਾਦੀਆਂ ਨੇ ਤੁਹਾਡੇ ਵਾਸਤੇ ਸੋਚਿਆ ਹੀ, ਤੁਸੀਂ ਥੋੜ੍ਹੇ ਦਿਨ ਆ ਕਰਕੇ ਰਹਿ ਕਰਕੇ ਟਰਾਇਲ ਕਰੋ, 1 ਮਹੀਨਾ ਰਹਿ ਕੇ ਦੇਖੋ ਅੱਛਾ ਕਿ ਤੁਸੀਂ ਆਫਿਸ ਚਲਾ ਵੀ ਸਕਦੇ ਹੋ ਜਾਂ ਨਹੀਂ। ਨਹੀਂ ਉਹ ਅੱਜ ਤਾਈਂ 1 ਮਹੀਨਾ ਪੂਰਾ ਨਹੀਂ ਹੋਇਆ। ਲੇਕਿਨ ਯੱਗ 'ਚ ਸਮਰਪਿਤ ਮੈਂ ਪਹਿਲੇ ਹੀ ਸੀ, ਜੀ ਲੇਕਿਨ ਉਹ ਬੰਬੇ ਦੀ ਬਜਾਏ ਆਬੂ ਸ਼ਿਫਟ ਹੋ ਗਿਆ। ਔਰ ਫਿਰ ਸ਼ੁਰੂ 'ਚ ਤਾਂ ਮੈਨੂੰ ਸਮਝ ਨਹੀਂ ਸੀ ਆਉਂਦਾ ਵੀ ਮੈਂ ਕਰਨਾ ਕੀ ਹੈ। ਹੋਰ ਕੁਛ ਨਹੀਂ ਤਾਂ ਮੈਂ ਕੈਮਰਾ ਲੈ ਕੇ ਪਹਾੜਾਂ 'ਤੇ ਚੱਲ ਜਾਣਾ, ਸੀਨਰੀ ਫੋਟੋ ਖਿੱਚਦੇ ਰਹਿਣਾ। ਜੀ ਲੇਕਿਨ ਫਿਰ ਆਹਿਸਤਾ ਆਹਿਸਤਾ ਮੈਨੂੰ ਸਮਝ ਆਉਣ ਲੱਗਾ, ਕਿਉਂਕਿ ਸਾਕਾਰ ਬਾਬਾ ਮੈਨੂੰ ਇਸ ਗੱਲ 'ਤੇ ਸਮਝਾਉਂਦੇ ਸੀ ਬਹੁਤ ਕਿ ਯੱਗੇ ਦੀ ਹਰ ਕਾਰੋਬਾਰ ਨੂੰ ਤੁਸੀਂ ਅੱਛੀ ਤਰ੍ਹਾਂ ਸਮਝਣਾ ਹੀ। ਇਹ ਨਾ ਹੋਏ ਕਿ ਯੱਗੇ ਦਾ ਕੋਈ ਕਾਰੋਬਾਰ ਆਏ ਔਰ ਤੁਸੀਂ ਕਰ ਨਾ ਸਕੋ। ਤੇ ਉਹ ਗੱਲ ਫਿਰ ਮੈਨੂੰ ਯਾਦ ਆ ਗਈ, ਮੈਂ ਸਮਝ ਗਿਆ। ਔਰ ਉਹਨਾਂ ਦਿਨਾਂ 'ਚ ਸਾਡੇ ਕੋਲ ਪੁਰਾਣਾ ਇਹ ਆਪਣਾ ਪਾਂਡਵ ਭਵਨ ਸੀ। ਅਗਰ ਕੋਈ ਗੈਸਟ ਆ ਜਾਣ ਤਾਂ ਉਹਨਾਂ ਨੂੰ ਹੋਟਲ 'ਚ ਰੱਖਦੇ ਸੀ। ਔਰ ਹੁਣ ਉਹਨਾਂ ਦਿਨਾਂ 'ਚ ਸੈਮੀਨਾਰ ਕਾਨਫਰੰਸ ਇਹੋ ਜਿਹੀਆਂ ਗੱਲਾਂ ਸ਼ੁਰੂ ਹੋ ਗਈਆਂ ਸੀ। ਅਤੇ ਫਿਰ ਦਾਦੀ ਦੇ ਨਾਲ, ਪ੍ਰਕਾਸ਼ ਮਣੀ ਦਾਦੀ, ਉਹਨਾਂ ਦੇ ਨਾਲ ਫਿਰ ਥੋੜ੍ਹਾ ਜ਼ਿਆਦਾ ਨਜ਼ਦੀਕ ਹੋਣ ਕਰਕੇ ਰਾਏ ਸਲਾਹ ਕਰਦੇ ਰਹੇ। ਅਤੇ ਜੋ ਗੈਸਟ ਆਉਂਦੇ ਆ ਸੈਂਟਰਾਂ ਤੋਂ ਵੀ ਭਾਈ ਭੈਣ ਆਉਂਦੇ ਆ ਰਿਫਰੈਸ਼ ਹੋਣ ਵਾਸਤੇ, ਜਾਂ ਜਦੋਂ ਕਦੀ ਕੋਈ ਸੈਮੀਨਾਰ ਹੋਏ, ਕੋਈ ਕਾਨਫਰੰਸ ਹੋਏ, ਕੋਈ ਮੀਟਿੰਗ ਹੋਏ, ਉਹਦੇ ਵਾਸਤੇ ਵੀ ਕੋਈ ਜਗ੍ਹਾ ਠੀਕ ਚਾਹੀਦੀ ਹੈ। ਅਤੇ ਬਸ ਇਹ ਫਿਰ ਇੱਕ ਇਹੀ ਕਹੀਏ ਕਿ ਅੰਦਰ ਸੰਸਕਾਰ ਹੈਗਾ ਸੀ ਇੰਜੀਨੀਅਰਿੰਗ ਦਾ। ਔਰ ਕੁਛ ਗੱਲਾਂ ਹੈਗੀਆਂ ਜਿਹੜੀਆਂ ਸਾਨੂੰ ਵਰਦਾਨ ਰੂਪ 'ਚ ਬਾਬਾ ਕੋਲੋਂ ਮਿਲਦੀਆਂ ਹੀ, ਔਰ ਉਹ ਹੈ ਕਿ ਟੂ ਵਿਜ਼ੂਅਲਾਈਜ਼ ਦਾ ਫਿਊਚਰ, ਭਵਿੱਖ ਨੂੰ ਸਾਹਮਣੇ ਦੇਖਣਾ ਕਿ ਅੱਜ ਸਾਡੀ ਇਹ ਸਟੇਜ ਹੈ, ਇੰਸਟੀਟਿਊਸ਼ਨ ਦੀ ਇਹ ਸੇਵਾ ਹੈਗੀ, ਇਹ ਹੈਗੀ, ਕੱਲ੍ਹ ਨੂੰ ਹੋਰ ਕੀ ਜ਼ਰੂਰਤ ਹੋਏਗੀ, ਉਸ ਤੋਂ ਅੱਗੇ ਚੱਲ ਕੇ ਹੋਰ ਕੀ ਜ਼ਰੂਰਤ ਹੋਏਗੀ। ਇਸ ਤਰ੍ਹਾਂ ਇਹ ਅਤੇ ਉਹਦੇ ਵਾਸਤੇ ਫਿਰ ਲੋਕ ਜੋ ਆਉਣਗੇ ਭਾਈ ਭੈਣਾਂ ਨੂੰ, ਉਹਨਾਂ ਦੇ ਰਹਿਣ ਵਾਸਤੇ ਜਗ੍ਹਾ ਚਾਹੀਦੀ।
ਤੇ ਇਹ ਦਾਦੀ ਜੀ ਨਾਲ ਗੱਲ ਕਰਦੇ ਕਰਦੇ ਉਹਨਾਂ ਦਿਨਾਂ 'ਚ ਹੀ ਸਾਨੂੰ ਬਾਈ ਚਾਂਸ ਪਹਿਲੇ 1000 ਗਜ਼ ਜ਼ਮੀਨ ਉੱਥੇ ਮਾਊਂਟ ਆਬੂ 'ਚ ਮਿਲੀ ਔਰ ਉਹ ਅਸੀਂ ਗੈਸਟ ਹਾਊਸ ਦੀ ਤਰ੍ਹਾਂ ਉਹਨੂੰ ਉਹਦਾ ਨਕਸ਼ਾ ਬਣਾਇਆ ਔਰ ਫਿਰ ਕੰਸਟਰਕਸ਼ਨ ਹੋਈ। ਉਸ ਦਾ ਨਾਂ ਰੱਖਿਆ ਰਾਜਯੋਗ ਭਵਨ। ਔਰ ਫਿਰ ਉਸ ਤੋਂ ਬਾਅਦ ਦੇਖਾ ਕਿ ਲੋਕ ਆਉਣ ਲੱਗੇ, ਯੋਗ शिविर ਸ਼ੁਰੂ ਹੋ ਗਏ, ਬੜੇ ਅੱਛੇ ਲੋਕ ਆਉਂਦੇ ਸੀ। ਉਹਦੇ 'ਚ ਗੌਰਮੈਂਟ ਦੇ ਬੜੇ ਆਫਿਸਰ, ਜੱਜਿਸ, ਹਾਈ ਕੋਰਟ ਦੇ, ਸੁਪਰੀਮ ਕੋਰਟ ਦੇ, ਔਰ ਆਲ ਇੰਡੀਆ ਰੇਡੀਓ ਦੇ ਡਾਇਰੈਕਟਰ, ਇਹੋ ਜਿਹੇ ਲੋਕ, ਔਰ ਡਾਕਟਰਸ। ਲੇਕਿਨ ਉਹਦੇ 'ਚ ਸਾਡੇ ਸੀਟਾਂ ਸਿਰਫ 25 ਹੈਗੀਆਂ ਸੀ। ਫਿਰ ਉਸ ਤੋਂ ਬਾਅਦ ਸਾਡੇ ਆਪਣੇ ਬ੍ਰਿਜਮੋਹਨ ਭਾਈ ਇਹੋ ਜਿਹੇ ਨਿਮਿਤ ਬਣੇ ਯੋਗ ਭਵਨ ਦੇ ਸਾਹਮਣੇ, ਬਿਲਕੁਲ ਗਿਆਨ ਵਿਗਿਆਨ ਭਵਨ ਬਣਿਆ। ਉਹ ਜ਼ਮੀਨ ਅਸੀਂ ਖਰੀਦੀ ਔਰ ਉਹਦੇ 'ਚ ਫਿਰ ਤਿੰਨ ਮੰਜ਼ਲਾ ਮਕਾਨ ਬਣਿਆ। ਉਹ ਅਜੇ ਪੂਰਾ ਹੀ ਨਹੀਂ ਹੋਇਆ ਸੀ ਤੇ ਫਿਰ ਜਿੱਥੇ ਹੁਣ ਸੁਖਧਾਮ ਬਣਿਆ ਹੋਇਆ ਉਹ ਜ਼ਮੀਨ ਸਾਨੂੰ ਮਿਲੀ। ਇੱਕ ਬੰਗਲਾ ਸੀ ਛੋਟਾ, ਉਹਦੇ ਵਾਸਤੇ ਕੋਈ ਇੱਕ ਵਪਾਰੀ ਹੈਗੇ ਸੀ ਇੱਧਰੋਂ, ਬਾਬਾ ਦੇ ਬੱਚੇ, ਮੱਧ ਪ੍ਰਦੇਸ਼ ਸਾਈਡ ਤੋਂ, ਉਹ ਨਿਮਿਤ ਬਣ ਗਏ। ਔਰ ਫਿਰ ਲੱਕੀਲੀ ਦੇਖੋ ਕਿ ਬਾਬਾ ਦੇ ਬੱਚੇ ਹਰ ਪ੍ਰਕਾਰ ਦੇ, ਤੇ ਉਹਦੇ 'ਚ ਸਿਵਲ ਇੰਜੀਨੀਅਰ ਵੀ ਹੈਗੇ ਸੀ ਤੇ 2-3 ਸਿਵਲ ਇੰਜੀਨੀਅਰ ਗੁਜਰਾਤ ਦੇ। ਉਹਨਾਂ ਦੀ ਮਦਦ ਲੈ ਕਰਕੇ ਫਿਰ ਆਹਿਸਤਾ ਜਿਸ ਤਰ੍ਹਾਂ ਰਹਿਣ ਵਾਸਤੇ ਵੀ ਨਏ ਕਿਚਨ ਛੋਟਾ ਸੀ ਸਾਡਾ, ਬਹੁਤ ਵੱਡਾ ਕਿਚਨ ਬਣਿਆ। ਫਿਰ ਡਾਈਨਿੰਗ ਹਾਲ ਬਣੇ ਔਰ ਉਸ ਤੋਂ ਬਾਅਦ ਫਿਰ ਸੁਖਧਾਮ ਬਣਿਆ। ਸੁਖਧਾਮ, ਲੇਕਿਨ ਉਸ ਤੋਂ ਪਹਿਲੇ ਓਮ ਸ਼ਾਂਤੀ ਭਵਨ ਬਣਿਆ। ਓਮ ਸ਼ਾਂਤੀ ਭਵਨ ਦੀ ਤਾਂ ਬੜੀ ਲੰਬੀ ਕਹਾਣੀ ਹੈ, ਲੇਕਿਨ ਤੇ ਇਸ ਤਰ੍ਹਾਂ ਮਤਲਬ ਬਣਦੇ ਗਏ। ਔਰ ਉਸ ਤੋਂ ਬਾਅਦ ਫਿਰ ਗਿਆਨ ਸਰੋਵਰ ਵਾਲੀ ਜ਼ਮੀਨ ਮਿਲੀ ਸਾਨੂੰ ਤੇ ਉਹ ਬਣਿਆ। ਲੇਕਿਨ ਇਹਦੇ ਸਾਰੇ 'ਚ ਇੱਕ ਚੀਜ਼ ਜਿਹੜੀ ਦਾਦੀ ਜੀ ਔਰ ਜਗਦੀਸ਼ ਭਾਈ, ਇਹਨਾਂ ਨੇ, ਕਿਉਂਕਿ ਫਾਈਨੈਂਸ਼ੀਅਲ ਸਾਈਡ 'ਤੇ ਸੋਚਣਾ ਤਾਂ ਪਏਗਾ ਨਾ ਵੀ ਪੈਸੇ ਕਿੱਥੋਂ ਆਉਣਗੇ। ਤੇ ਉਹਦੇ 'ਚ ਇੱਕ ਗੱਲ ਜਿਹੜੀ ਸੀ ਉਹ ਸਭ ਨੂੰ ਬੜੀ ਪਸੰਦ ਆਉਂਦੀ ਸੀ, ਵੀ ਇੱਕ ਅਕੇਲਾ ਕੋਈ ਆ ਕਰਕੇ ਪੈਸੇ ਦੇ ਔਰ ਬਣਾਏ, ਉਹਦਾ ਭਾਗਯ ਬਣੇਗਾ। ਲੇਕਿਨ ਅਗਰ ਸਾਡੇ ਜਿਤਨੇ ਕਲਾਸਿਸ ਹੈਗੀਆਂ, ਚਾਰੋਂ ਤਰਫ ਸੈਂਟਰਸ ਹੈਗੇ ਆ, ਉੱਥੇ ਆਉਣ ਵਾਲੇ ਭਾਈ ਭੈਣ ਅਗਰ ਸਹਿਯੋਗੀ ਬਣ ਜਾਣ ਤੇ ਉਹਨਾਂ ਦਾ ਭਾਗਯ ਵੀ ਬਣੇਗਾ ਜੀ। ਤੇ ਫਿਰ ਉਹਨਾਂ ਦਿਨਾਂ 'ਚ ਪਹਿਲੇ ਓਮ ਸ਼ਾਂਤੀ ਭਵਨ ਬਣਨਾ ਸੀ ਤੇ ਉਹ ਉਸ ਵੇਲੇ ਇਹ ਗੱਲ ਤੈਅ ਹੋਈ ਕਿ ਜੋ ਭਾਈ ਭੈਣ ਆਉਣ ਸੈਂਟਰ 'ਤੇ, ਉਹ ਰੋਜ਼ ਦਾ 8 ਆਨਾ ਆਪਣਾ ਉਹਦੇ 'ਚ ਤੋਂ 8 ਆਨਾ ਅੱਧਾ ਰੁਪਇਆ। ਅੱਛਾ। ਤੇ ਉਹ 8 ਆਨੇ ਨਾਲ ਓਮ ਸ਼ਾਂਤੀ ਭਵਨ ਬਣਿਆ। ਭੰਡਾਰੀ ਸਾਰਿਆਂ ਸੈਂਟਰਾਂ 'ਤੇ ਰਖਾਈ। 1 ਰੁਪਇਆ ਰੋਜ਼ ਹਰ ਕੋਈ ਡਾਲੇ। ਜੋ ਕਲਾਸ ਸਟੂਡੈਂਟਸ ਉਹ 1 ਰੁਪਇਆ, ਤੇ 1 ਰੁਪਏ ਨਾਲ ਦੇਖੋ ਕੀ ਬਣ ਗਿਆ। ਤੇ ਇਸ ਤਰ੍ਹਾਂ ਮਤਲਬ ਫਿਰ ਗਿਆਨ ਸਰੋਵਰ ਜਦੋਂ ਬਣਿਆ, ਤੇ ਗਿਆਨ ਸਰੋਵਰ ਬਣਨ ਦੇ ਟਾਈਮ 'ਤੇ ਉਹ ਵੀ ਇਸੇ ਤਰ੍ਹਾਂ ਹੀ ਬਣਿਆ, 1 ਰੁਪਇਆ ਰੋਜ਼ ਬਸ।
2 ਸਾਲ ਲੱਗੇ ਸੀ ਗਿਆਨ ਸਰੋਵਰ ਦਾ ਪੂਰਾ ਸਾਰੀ ਬਿਲਡਿੰਗਸ ਬਣਨ ਵਾਸਤੇ, ਬਿਲਡਿੰਗਸ, ਫਰਨੀਚਰ, ਸਭ ਕੁਛ, ਬਿਜਲੀ, ਪਾਣੀ, ਇਹ ਉਹ ਸਾਰਾ। ਲੇਕਿਨ ਇੰਨਾ ਮੈਂ ਕਹਾਂਗਾ ਕਿ ਬਾਬਾ ਦਾ ਕੋਈ ਵੀ ਸਥਾਨ ਬਣਿਆ ਉਸ ਤੋਂ ਪਹਿਲੇ ਸ਼ੁਰੂ 'ਚ ਮਿਊਜ਼ੀਅਮ ਬਣਿਆ ਸੀ ਜਿਹੜਾ ਨੱਕੀ ਲੇਕ ਦੇ ਕੋਲ। ਤੇ ਜੋ ਵੀ ਕੋਈ ਸਥਾਨ ਬਣਿਆ ਉਹ ਬੜਾ ਹੀ ਇੱਕ ਯੂਨੀਕ ਬਣਦਾ ਗਿਆ, ਕਿਉਂਕਿ ਜਦੋਂ ਉਹ ਬਣਾਉਣ ਦੀ ਗੱਲ ਹੁੰਦੀ ਸੀ, ਆਪਸ 'ਚ ਬੈਠਦੇ ਸੀ ਤੇ ਰਾਏ ਇਹੀ ਹੁੰਦੀ ਸੀ, ਅਸੀਂ ਕਿਸੇ ਨੂੰ ਕਾਪੀ ਨਹੀਂ ਕਰਨਾ, ਬਾਬਾ ਦੀ ਹਰ ਚੀਜ਼ ਯੂਨੀਕ ਚਾਹੀਦੀ ਹੈ ਬਸ। ਔਰ ਤੁਸੀਂ ਦੇਖੋ ਜੋ ਕੁਛ ਬਣਿਆ ਅੱਜ ਦਿਨ ਤਾਈਂ। ਔਰ ਉਸ ਤੋਂ ਬਾਅਦ ਫਿਰ ਗਿਆਨ ਸਰੋਵਰ ਬਣ ਗਿਆ, ਉਸ ਤੋਂ ਬਾਅਦ ਇਹ ਨੀਚੇ ਵੀ ਸ਼ਾਂਤੀ ਵਨ ਵਗੈਰਾ ਇਹ ਬਣਦਾ ਗਿਆ। ਫਿਰ ਵਿਚਾਰ ਚੱਲਦਾ ਸੀ ਕਿ ਦਿੱਲੀ ਤਰਫ ਵੀ ਸਾਡਾ ਕੁਛ ਹੋਣਾ ਚਾਹੀਦਾ। ਦਾਦੀ ਜੀ ਨਾਲ ਗੱਲ ਕੀਤੀ, ਪ੍ਰਕਾਸ਼ ਮਣੀ ਨਾਲ। ਦਾਦੀ ਜੀ ਮੈਨੂੰ ਕਹਿਣ ਕਿ ਦਿੱਲੀ ਵਾਲੇ ਖੁਦ ਹੀ ਕਰਨਗੇ, ਤੁਸੀਂ ਕਿਉਂ ਚਿੰਤਾ ਕਰਦੇ ਹੋ। ਪਰ ਮੈਨੂੰ ਅੰਦਰੋਂ ਪਤਾ ਨਹੀਂ, ਉਹ ਬਾਬਾ ਦੀ ਦੇਣ ਕਹਿ ਲਓ, ਬਾਬਾ ਦੀ ਟਚਿੰਗ ਕਹਿ ਲਓ, ਜੋ ਵੀ ਕਹੋ, ਮੈਨੂੰ ਬਾਰ-ਬਾਰ ਆਏ ਕਿ ਨਹੀਂ, ਦਿੱਲੀ ਦੇ ਭਾਈ ਭੈਣ ਜਿਹੜੇ ਬਹੁਤ ਬਿਜ਼ੀ ਆ ਆਪਣੇ ਆਪਣੇ ਕੰਮ 'ਚ, ਔਰ ਇਹ ਸਾਨੂੰ ਥੋੜ੍ਹਾ ਜਿਹਾ ਉੱਪਰੋਂ ਇਸ ਗੱਲ ਨੂੰ ਸੋਚਣਾ ਚਾਹੀਦਾ। ਉਹਦੇ 'ਚ ਕਈ ਰਾਜ਼ ਹੈਗੇ ਆ। ਉਹ ਫਿਰ ਦਾਦੀ ਨਾਲ ਗੱਲਬਾਤ ਕਰਕੇ, ਪ੍ਰਕਾਸ਼ ਮਣੀ ਦਾਦੀ ਨਾਲ, ਉਹਨਾਂ ਦੀ ਪਰਮਿਸ਼ਨ ਨਾਲ ਮੈਂ ਦਿੱਲੀ ਦੇ ਕੁਛ ਭੈਣ ਭਾਈਆਂ ਦੇ ਨਾਲ ਗੱਲਬਾਤ ਕਰਕੇ ਜ਼ਮੀਨ ਦੇਖਣੀ ਸ਼ੁਰੂ ਕੀਤੀ ਤੇ 15 ਜਗ੍ਹਾ ਦੇਖੀਆਂ। 15 ਵਾਰ ਮੈਂ ਗਿਆ ਉੱਧਰ, ਫਲਾਈਟ 'ਚ ਜਾਂਦਾ ਸੀ ਅਹਿਮਦਾਬਾਦ ਤੋਂ, ਦੇਖ ਕਰਕੇ ਦੂਸਰੇ ਦਿਨ ਜਾਂ ਉਸੇ ਦਿਨ ਵਾਪਸ। ਜਦੋਂ 15ਵੇਂ ਟਾਈਮ ਗਏ ਤੇ ਇਹ ਜਿੱਥੇ ਓਮ ਸ਼ਾਂਤੀ ਭਵਨ, ਉਹ ਓਮ ਸ਼ਾਂਤੀ ਰਿਟਰੀਟ ਸੈਂਟਰ ਬਣਿਆ ਸੀ, ORC, ਉਹ ਜ਼ਮੀਨ ਦੇਖੀ। ਔਰ ਉਹ ਸਾਨੂੰ ਉੱਥੇ ਪੈਰ ਰੱਖਦੇ ਹੀ ਫੀਲ ਹੋਇਆ ਕਿ ਕੱਲ੍ਹ ਪਹਿਲੇ ਇੱਥੇ ਰਿਟਰੀਟ ਸੈਂਟਰ ਬਣਿਆ ਸੀ। ਤੇ ਉਹ ਫਿਰ ਰਿਟਰੀਟ ਸੈਂਟਰ ਬਣਾਉਣ ਵਾਸਤੇ ਸਾਰੇ ਭਾਰਤ ਦੇ ਸੈਂਟਰਸ ਨੂੰ ਇਨਫੋਰਮ ਕੀਤਾ, ਸਭ ਦਾ ਸਹਿਯੋਗ ਮਿਲਿਆ। ਆਰਕੀਟੈਕਟ ਅਹਿਮਦਾਬਾਦ ਤੋਂ, ਬਹੁਤ ਅੱਛੇ ਆਰਕੀਟੈਕਟ हिमांशु पटेल, इतना अच्छा आर्कीटैक्ट, ਉਹ ਸਾਡੇ ਗਿਆਨ ਸਰੋਵਰ ਤੋਂ ਲੈ ਕੇ ਸਾਡਾ ਆਰਕੀਟੈਕਟ, ਉਹਨੂੰ ਅਸੀਂ ਰੱਖਿਆ ਜੀ। ਤੇ ਫਿਰ ਉਹ ਉੱਧਰ ਆਪਣਾ ਓਮ ਸ਼ਾਂਤੀ ਰਿਟਰੀਟ ਸੈਂਟਰ ਦਿੱਲੀ ਦਾ ਬਣਿਆ। ਉਸ ਵੇਲੇ ਸਭੀ ਵੱਡੇ ਸਭ ਭਾਈ ਭੈਣ ਹੈਗੇ ਸੀ, ਔਰ ਪ੍ਰੈਜ਼ੀਡੈਂਟ ਅਬਦੁਲ ਕਲਾਮ ਨੇ ਉਹਦਾ ਉਦਘਾਟਨ ਕੀਤਾ ਸੀ। ਇਸੇ ਤਰ੍ਹਾਂ ਹੀ ਹੈਦਰਾਬਾਦ, ਉਹਨਾਂ ਦੇ ਚੀਫ ਮਿਨਿਸਟਰ ਆਏ ਸੀ ਚੰਦਰ ਬਾਬੂ ਨਾਇਡੂ, ਤੇ ਉਹ ਗੱਲਾਂ ਕਰਦੇ ਕਰਦੇ ਉਹਨਾਂ ਨੂੰ ਦੱਸਿਆ ਵੀ, ਉਹ ਪੁੱਛਦੇ ਰਹੇ ਮੈਨੂੰ ਗਿਆਨ ਸਰੋਵਰ 'ਚ ਰਹਿ ਕੇ, ਇੱਕ ਦਿਨ ਨੀਚੇ ਆ ਰਹੇ ਸੀ ਕਾਰ 'ਚ, ਮੈਨੂੰ ਨਾਲ ਲੈ ਕੇ ਆਏ ਤੇ ਪੁੱਛਦੇ ਰਹੇ ਕਿਸ ਤਰ੍ਹਾਂ ਬਣਿਆ, ਕਿਆ ਹੋਇਆ, ਉਹ ਸਾਰਾ ਦੱਸਿਆ। ਔਰ ਉਹਨਾਂ ਨੇ ਜਾ ਕਰਕੇ ਇੱਥੋਂ, ਮਤਲਬ ਕਿਸੇ, ਉਹ ਬਾਬਾ ਦੇ ਮਿਲਣ ਵਾਸਤੇ ਆਏ ਸੀ, ਉਸ ਤੋਂ ਬਾਅਦ ਵਾਪਸ ਗਏ। ਔਰ ਕੁਲਦੀਪ ਬੈਨ ਨੂੰ ਉਹਨਾਂ ਨੇ ਕਿਹਾ ਵੀ ਦਾਦੀ ਜੀ ਨੂੰ ਬੁਲਾਓ, ਮੈਂ, ਉਹ ਚੀਫ ਮਿਨਿਸਟਰ ਹੈਗੇ ਸੀ ਉਸ ਵੇਲੇ, ਤੇ ਸਾਨੂੰ ਉੱਥੇ 25 ਏਕੜ ਜ਼ਮੀਨ ਦਿੱਤੀ ਉਹਨਾਂ ਨੇ।
25 एकड़ ज़मीन 1000 रुपये एकड़ दे साल का किराया ਉਹਦਾ मतलब 25,000 रुपये किराया ਅਸੀਂ ਦੇ ਰਹੇ ਹਾਂ ਉਹਦਾ ਲੀਜ਼ ਤੇ ਮਿਲੀ ਹੋਈ ਲੇਕਿਨ ਉਹਦੇ 'ਚ ਜੋ ਕੁਝ ਬਣਾਇਆ ਉਹ ਅਸੀਂ ਆਪਣੇ ਖਰਚ ਨਾਲ ਬਣਾਇਆ ਤੇ ਇਸ ਤਰ੍ਹਾਂ ਮਤਲਬ ਇੱਕ ਇੱਕ ਚੀਜ਼ ਹੁੰਦੀ ਗਈ ਹੈ ਇਹ ਉਹਦੇ 'ਚ ਲਕਸ਼ ਇੱਕ ਹੀ ਹੈ ਜਦੋਂ ਸਾਨੂੰ ਇਹ ਪਤਾ ਲੱਗ ਗਿਆ ਕਿ ਜਿਹੜਾ ਕਾਰਜ ਹੈਗਾ ਇਹ स्वयं पिता परमात्मा ਦਾ ਹੈ ਔਰ ਸਾਰੀ ਸੰਸਾਰ 'ਚ ਜਿਤਨੇ ਵੀ ਧਰਮ ਹੈਗੇ ਹੈ ਜਿਤਨੇ ਵੀ ਉਹਨਾਂ ਦੇ ਫੋਲੋਅਰਸ ਹੈਗੇ ਹੈ ਉਹ ਸਭ ਪਰਮਾਤਮਾ ਨੂੰ ਮੰਨਦੇ ਹੈ ਇੱਕ ਪਰਮਾਤਮਾ ਨੂੰ ਮੰਨਦੇ ਇਹ ਨਹੀਂ ਕਿ ਵੀ ਅਲੱਗ ਅਲੱਗ ਅੱਲਾ ਅਲੱਗ ਹੈ ਵਾਹਿਗੁਰੂ ਅਲੱਗ ਹੈ ਪਰਮਾਤਮਾ ਅਲੱਗ ਹੈ ਇਸ ਤਰ੍ਹਾਂ ਨਹੀਂ ਹੈ ਤਾਂ ਉਸ ਹਿਸਾਬ ਨਾਲ और फिर बाबा ने जिस तरह ज्ञान भी सानू दिता ही मुरलियों के द्वारा अव्यक्त और साकार के द्वारा तो ये सब वास्ते हैगा तो इट शुड रीच ऑल कॉर्नर्स ऑफ द वर्ल्ड सब जगह जाना चाहिए तो इहो जिहियां गल्लां बुद्धि च आउंदियां सी तो फिर करुणा जी ना एक बार गल करते करते बैठे बैठे थोड़ा बाहर जा कर के नदी किनारे बैठे सी योग च बैठे 25 मिनट योग करके फिर आपस च बई नई चीज़ की करिए असी ते नई चीज़ करने वास्ते फिर उस वेले कि अज दे युग च टैलीविज़न घर घर च पहुँच गई है और असी अगर टैलीविज़न के जरिए बाबा का संदेश सारी दुनिया को दे सकते हैं दैट इज़ द ओनली वे इस गल नूं लै करके फिर असी आपस च राय की और उस वेले ही सोचा कि टैलीविज़न का नां की रखांगे असी अज दुनिया नूं की चाहिए सारी दुनिया चाहती है पीस ऑफ माइंड मन की शांति चाहते हैं तो वो चैनल का ना ही असी उस वेले सोच लिया पीस ऑफ माइंड चैनल और उस तो बाद फिर करुणा भाई ने बहुत मेहनत की थी पीस ऑफ माइंड चैनल के जरिए कितनी सेवा फिर ये नाल नाल हुण दूसरी भी चैनल शुरू हो गई अवेकनिंग और तुहाडी ये पीस म्यूजिक ये भी नाल नाल मतलब कहण दा ही कि एक लक्ष्य बुद्धि एक ही हैगा ही कि इतना उच्चा ज्ञान सानू मिल रहा इतनी श्रेष्ठ धारणा दी गल्लां आउंदियां ही ਇਹੋ जी साड़ी जीवन सुंदर बन रही है सानू मन की शांति लभनी नहीं पैंदी हुण सानू सदा महसूस होंदी है ते असी क्यों नहीं अपने भाई भैन जिन्ने भी दुनिया च है सब नू इस दे बारे च दसीए ताकि हरेक नू सच्चा आत्मिक सुख मिले शांति मिले और उसका आधार है अवेकनिंग अंदर आत्मा की अवेकनिंग जिहड़ी है और वो अहीं देखा कि जदों तो ये टीवी शुरू हुई है उहदे च असी एक जरूर ये गल दुनिया तो न्यारी रखी कि बाबा दे बच्चे मिलजुल करके थोड़ा थोड़ा करके उहदी जो भी चैनल का खर्च होएगा वो करांगे लेकिन असी एडवरटाइजमेंट उहदे च नहीं लांगे क्यों कि एडवरटाइजमेंट लैन चलन दे नाल जो व्यक्ति का ध्यान है वो बट जाता है तो मन की शांति वास्ते तो एकाग्रता चाहिए है मन एक
ਇੱਕ ਟਿਕ ਹੋ ਕਰਕੇ ਪਰਮਾਤਮਾ ਦੇ ਨਾਲ ਲੱਗ ਜਾਏ। ਤੇ ਇਹ ਸਾਡੇ ਕੋਲ ਲਕਸ਼ ਰਿਹਾ। ਉਹਦੇ ਦੇ ਹਿਸਾਬ ਨਾਲ ਹੁਣ ਤੇ ਤੁਸੀਂ ਦੇਖਦੇ ਹੋ ਕਿ ਸਾਰੇ ਦੇਸ਼ਾਂ 'ਚ 140 ਦੇਸ਼ਾਂ 'ਚ ਬਾਬਾ ਦਾ ਸੰਦੇਸ਼ ਪਹੁੰਚ ਰਿਹਾ ਜੀ। ਭਾਰਤ 'ਚ ਵੀ ਭਾਰਤ ਦੇ ਕੋਨੇ 'ਚ ਤੇ ਹੈ ਹੀ, ਹੁਣ ਸੈਂਟਰਸ ਵੀ ਹੈਗੇ ਨੇ। ਔਰ ਬਾਕੀ ਇਹ ਜੋ ਵੀ ਸਾਧਨ ਹੈ ਇਹਨਾਂ ਦੇ ਜ਼ਰੀਏ ਸੇਵਾ ਹੋ ਰਹੀ ਹੈ। ਤੇ ਅਸੀਂ ਤੇ ਹੁਣ ਇਹ ਸੋਚਦੇ ਕਿ ਅਸੀਂ ਹੁਣ ਤਪੱਸਿਆ ਕਰੀਏ, ਹੋਰ ਕੁਛ ਨਹੀਂ ਕਰੀਏ। ਜੀ ਭਾਜੀ, ਤੁਸੀਂ ਫਿਰ ਤੇ ਸਾਨੂੰ ਸਾਡੇ ਕੁਐਸਚਨ ਇਤਨੇ ਇੰਪੋਰਟੈਂਟ ਨਹੀਂ ਹੈ ਜਿੰਨਾ ਤੁਹਾਡਾ ਅਨੁਭਵ ਸਾਨੂੰ ਇੰਪੋਰਟੈਂਟ ਹੈ, ਕਿਉਂਕਿ ਅਨੁਭਵ ਨਾਲ ਹੀ ਕੁਝ ਸਿੱਖਣੇ ਨੂੰ ਮਿਲਦਾ। ਜਿੱਦਾਂ ਤੁਸੀਂ ਬੋਲਿਆ ਕਿ ਇੱਕ ਭਗਵਾਨ ਉੱਪਰ ਨਿਸ਼ਚੈ ਹੋਣਾ ਚਾਹੀਦਾ ਔਰ ਇੱਕ ਲਕਸ਼ ਇੱਕ ਹੋਣਾ ਚਾਹੀਦਾ, ਤਾਂ ਹੀ ਅਸੀਂ ਆਪਣੇ ਜੀਵਨ ਨੂੰ ਸਫਲ ਬਣਾ ਸਕਦੇ ਹਾਂ। ਭਾਜੀ ਤੁਹਾਡਾ ਬਹੁਤ 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 ਧੰਨਵਾਦ, ਤੁਸੀਂ ਇਸ ਕਾਰਜਕ੍ਰਮ 'ਚ ਆਏ। ਸਾਡਾ ਤੇ ਲਕਸ਼ ਇਤਨਾ ਹੀ ਹੈ ਨਾ ਕਿ ਘਰ ਘਰ ਸਵਰਗ ਬਣੇ ਜੀ, ਤੇ ਭਾਰਤ ਸਵਰਗ ਬਣੇ ਔਰ ਦੁਨੀਆ 'ਚ ਸ਼ਾਂਤੀ ਹੋ ਜਾਏ, ਬਸ। ਓਕੇ, ਓਮ ਸ਼ਾਂਤੀ, ਸਤਿ ਸ੍ਰੀ ਅਕਾਲ। ਹਾਂਜੀ।